ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਜੀ। ਡੱਲਾ ਜੀ, ਖਾਸ ਖਬਰਾਂ ਦੀ ਗੱਲ ਕਰੀਏ ਤਾਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਜੋ ਪੋਸਟ ਪਾਈ ਹੈ ਨਵਜੋਤ ਸਿੰਘ ਸਿੱਧੂ ਦੇ ਲਈ ਬੜੀ ਇਮੋਸ਼ਨਲ ਪੋਸਟ ਰਹੀ। ਇਸ ਦੇ ਉੱਪਰ ਵੀ ਚਰਚਾ ਅੱਜ ਜ਼ਰੂਰ ਕਰਾਂਗੇ। ਨਾਲ ਦੀ ਨਾਲ ਬਿਜਲੀ ਸੋਧ ਬਿੱਲ ਨੂੰ ਲੈ ਕੇ ਪਾਰਲੀਮੈਂਟ ਵਿੱਚ ਜੋ ਪੇਸ਼ ਕਰਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਮੈਂਬਰ ਪਾਰਲੀਮੈਂਟ ਵੱਲੋਂ ਵਿਰੋਧ ਕੀਤਾ ਗਿਆ ਹੈ। ਵਿਰੋਧ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅੱਗੋਂ ਕੀ ਰਸਤਾ ਨਿਕਲਦਾ ਦਿਖ ਰਿਹਾ ਇਸ ਸਭ ਨੂੰ ਲੈ ਕੇ ਵੀ ਜ਼ਰੂਰ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ। ਦੂਸਰਾ, ਆਯੁਸ਼ਮਾਨ ਸਕੀਮ ਦੇ ਤਹਿਤ ਜੋ ਹਲੇ ਤੱਕ ਪੰਜਾਬ ਦੇ ਵਿੱਚ ਪ੍ਰੋਪਰ ਇਹ ਸਕੀਮ ਸ਼ੁਰੂ ਨਹੀਂ ਹੋ ਪਾ ਰਹੀ ਹੈ, ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਸੁਖਬੀਰ ਬਾਦਲ ਨੇ ਇੱਕ फिर तो भगवंत मान ते तिखा शब्दी वार किया है। आखिर किस मुद्दे ते उन्होंने तिखा शब्दी वार किया है, उस खबर के उपर भी चर्चा जरूर करांगे। तो सब तो पहला डल्ला जी शुरुआत करते हैं प्रोग्राम दे विच बीबी नवजोत कौर सिद्धू ने जो एक भावनात्मक पोस्ट पाई है नवजोत सिंह सिद्धू के बारे। सो उस दे उपर जरूर दसो खुल के कि इस पोस्ट नूं तुसीं किवें देखदे हो, की कहना चाह रहे हैं डॉक्टर नवजोत कौर सिद्धू। देखो, डॉक्टर नवजोत कौर हुणां ने एक पोस्ट है जिहड़ी वो फेसबुक के उपर पाई सी, ਜਿਹਦੇ ਵਿੱਚ ਡਾਕਟਰ ਨਵਜੋਤ ਕੌਰ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਨਵਜੋਤ ਸਿੰਘ ਸਿੱਧੂ ਭਾਰਤ ਦੀ ਕ੍ਰਿਕਟ ਟੀਮ ਦੇ ਲਈ ਸੰਘਰਸ਼ ਕਰਦਾ ਰਿਹਾ, ਇੱਕ ਬਿਹਤਰੀਨ ਖਿਡਾਰੀ ਬਣਿਆ। ਨਵਜੋਤ ਸਿੰਘ ਸਿੱਧੂ ਦੇ ਲਈ ਪਾਰਟੀਆਂ ਕਰਨਾ ਕੋਈ ਪ੍ਰਾਇੋਰਟੀ ਨਹੀਂ ਸੀ ਹੁੰਦੀ। ਉਹ ਹਮੇਸ਼ਾ ਕ੍ਰਿਕਟ ਦੇ ਵਿੱਚ ਆਪਣੀ ਟੀਮ ਨੂੰ ਜਿਤਾਉਣ ਲਈ, ਬੈਸਟ ਕਰਨ ਦੇ ਲਈ ਐਫਰਟ ਕਰਦੇ ਰਹਿੰਦੇ ਸੀ। ਔਰ ਉਹਨਾਂ ਦੇ ਇਸ ਟਵੀਟ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਫੋਟੋ ਵੀ ਇੱਕ ਬਹੁਤ ਵੱਡੀ ਮੈਗਜ਼ੀਨ ਦੀ ਜਾਰੀ ਕੀਤੀ ਹੈ 1987 ਵੇਲੇ, ਜਿਸ ਤਰ੍ਹਾਂ ਨਾਲ ਸੁਪਰਸਟਾਰ ਬਣ ਕੇ ਉੱਭਰੇ ਨਵਜੋਤ ਸਿੰਘ ਸਿੱਧੂ। ਲਗਾਤਾਰ ਇੱਕ ਤੋਂ ਬਾਅਦ ਇੱਕ ਉਹਨਾਂ ਨੇ 5 ਹਾਫ ਸੈਂਚਰੀਆਂ ਮਾਰੀਆਂ ਔਰ 1987 ਵਾਲੇ ਜਿਹੜਾ ਵਰਲਡ ਕੱਪ ਸੀ ਉਹਦੇ ਵਿੱਚ ਉਹਨਾਂ ਨੇ 25 ਤੋਂ ਜ਼ਿਆਦਾ ਛੱਕੇ ਮਾਰੇ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਨਾਮ ਸਿਕਸਰ ਕਿੰਗ ਬਣਿਆ, ਸਿਕਸਰ ਕਿੰਗ ਪਿਆ। ਸੋ ਕ੍ਰਿਕਟ ਦੇ ਪ੍ਰਤੀ ਜਿਹੜਾ ਜਨੂੰਨ ਸੀ ਨਵਜੋਤ ਸਿੰਘ ਸਿੱਧੂ ਦਾ, ਉਹਦਾ ਪ੍ਰਗਟਾਵਾ ਉਹਨਾਂ ਨੇ ਆਪਣੀਆਂ ਭਾਵਨਾਵਾਂ ਦੇ ਵਿੱਚ ਕੀਤਾ ਔਰ ਇੱਕ ਤਰੀਕੇ ਨਾਲ ਉਹਨਾਂ ਨੇ ਉਹ ਯਾਦ ਕਰ ਰਹੇ ਸੀ, ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰ ਰਹੇ ਨੇ ਉਹਨਾਂ ਦਾ ਪੂਰਾ ਪਰਿਵਾਰ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਬੇਕਸੂਰ ਸੀ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਨੇ ਕਦੀ ਕਿਸੇ ਦਾ ਬੁਰਾ ਨਹੀਂ ਚਾਹਿਆ, ਇਮਾਨਦਾਰੀ ਨਾਲ ਪੰਜਾਬ ਦੇ ਹੱਕ ਲਈ ਖੜੇ, ਦੇਸ਼ ਦੇ ਲਈ ਖੜੇ। ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਬਹੁਤ ਮੰਦਭਾਗਾ ਹੈ ਔਰ ਉਹਨਾਂ ਦੀਆਂ ਭਾਵਨਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਬੇਕਸੂਰ ਕਿਹਾ। ਉਹ ਕਹਿੰਦੇ ਬੇਕਸੂਰ ਹੁੰਦੇ ਹੋਏ ਵੀ ਉਹ ਸਜ਼ਾ ਭੁਗਤ ਰਿਹਾ, ਪਰ ਰੱਬ ਨੂੰ ਇਹਦੇ ਪਿੱਛੇ ਵੀ ਰੱਬ ਕੁਝ ਨਾ ਕੁਝ ਚੰਗਾ ਕਰੂਗਾ। ਇਸ ਉਮੀਦ ਨਾਲ ਉਹਨਾਂ ਨੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਉਣਗੇ ਤਾਂ ਜ਼ਰੂਰ ਇਹਦੇ ਪਿੱਛੇ ਵੀ ਰੱਬ ਨੇ ਕੋਈ ਚੰਗਾ ਸੋਚਿਆ ਹੋਣਾ ਹੈ। ਔਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੀਆਂ ਭਾਵਨਾਵਾਂ 'ਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਜ਼ਰੂਰ ਪੰਜਾਬ ਦੇ ਭਲੇ ਲਈ, ਤਰੱਕੀ ਲਈ ਫਿਰ ਇੱਕ ਵਾਰੀ ਬਾਹਰ ਆ ਕੇ ਆਪਣਾ ਕੰਮ ਕਰਨਗੇ। ਸੋ ਉਹਨਾਂ ਨੇ ਇਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਯਾਦ ਕੀਤਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਭਾਵਨਾਤਮਕ ਉਹਨਾਂ ਦੀ ਪੋਸਟ ਸੀ, ਇਸ ਕਰਕੇ ਮੈਂ ਇਹਦਾ ਜ਼ਿਕਰ ਕੀਤਾ। ਕਿਉਂਕਿ ਦੇਖੋ, ਇੱਕ ਅਸੀਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਸੁਣਾਈ ਗਈ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਦਾ, ਜਦਕਿ ਕਦੀ ਵੀ ਨਵਜੋਤ ਸਿੰਘ ਸਿੱਧੂ ਨੇ ਇਹ ਨਹੀਂ ਕਿਹਾ ਕਿ ਉਹ ਕਸੂਰਵਾਰ ਸੀ। ਉਹ ਹਮੇਸ਼ਾ ਕਹਿੰਦੇ ਰਹੇ ਕਿ ਮੈਂ ਬੇਕਸੂਰ ਸੀ, ਪਰ ਇਹ ਵੀ ਉਹਨਾਂ ਦੀ ਇੱਕ ਵੱਡਾ ਦਿਲ ਸੀ। ਉਹ ਕਹਿੰਦੇ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਦਾ। ਡੱਲਾ ਜੀ, ਅਗਲੀ ਖਬਰ ਦਾ ਰੁਖ ਕਰੀਏ ਤਾਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਾਫੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਸੋ ਬਿਜਲੀ ਸੋਧ ਬਿੱਲ ਪਾਰਲੀਮੈਂਟ ਵਿੱਚ ਲਿਆਉਣ ਦੀ ਤਿਆਰੀ ਸੀ ਤੇ ਵੱਖ-ਵੱਖ ਮੈਂਬਰ ਪਾਰਲੀਮੈਂਟ, ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਸੋ ਹੁਣ ਵੀ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਤੇ ਹੁਣ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਹੈ ਉਸ ਕੋਲ ਇਹ ਬਿੱਲ ਜੋ ਹੈ ਵਿਚਾਰ ਦੇ ਲਈ ਭੇਜ ਦਿੱਤਾ ਗਿਆ। ਸੋ ਕਿਸ ਤਰੀਕੇ ਨਾਲ ਤੁਸੀਂ ਇਸ ਸਾਰੇ ਮੁੱਦੇ ਨੂੰ ਸਮਝਦੇ ਹੋ ਕਿ ਬੀਜੇਪੀ ਨੂੰ ਪਹਿਲਾਂ ਹੀ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਹੀ ਇਹ ਸਭ ਕਰਨਾ ਚਾਹੀਦਾ ਸੀ, ਬਿੱਲ ਪੇਸ਼ ਨਹੀਂ ਕਰਨਾ ਚਾਹੀਦਾ ਸੀ ਹਲੇ? ਕੀ ਕਹੋਗੇ ਸਭ ਨੂੰ, ਕਿਉਂਕਿ ਕਿਸਾਨਾਂ ਨੇ ਵੀ ਇਸ ਬਿੱਲ ਦੇ ਉੱਪਰ ਆਪਣੇ ਬਹੁਤ ਜ਼ਿਆਦਾ ਖਦਸ਼ੇ ਜਤਾਏ ਨੇ। ਦੇਖੋ, ਲੋਕ ਸਭਾ ਦੇ ਵਿੱਚ ਕੱਲ ਸੋਮਵਾਰ ਨੂੰ ਬਿਜਲੀ ਸੋਧ ਬਿੱਲ ਪੇਸ਼ ਕੀਤਾ ਗਿਆ ਸੀ ਔਰ ਜਦੋਂ 3 ਖੇਤੀ ਕਾਨੂੰਨ ਵਾਪਸ ਲਏ ਗਏ ਸੀ ਉਦੋਂ ਇਹ ਗੱਲਾਂ ਹੋਈਆਂ ਸੀ ਖੂਬ ਕਿ ਜਿਹੜਾ ਬਿਜਲੀ ਸੋਧ ਬਿੱਲ ਹੈ ਉਹ ਨਹੀਂ ਆਏਗਾ ਔਰ ਬਕਾਇਦਾ ਜਦੋਂ ਕਿਸਾਨਾਂ ਦੀ ਸਹਿਮਤੀ ਹੋਏਗੀ ਤੇ ਅਸੀਂ ਵੱਖ-ਵੱਖ ਮੁੱਦਿਆਂ ਤੇ ਅੱਗੇ ਵਧਾਂਗੇ। ਹੁਣ ਪਾਰਲੀਮੈਂਟ ਦੇ ਵਿੱਚ ਕੱਲ ਜਿਸ ਤਰ੍ਹਾਂ ਨਾਲ ਬਿਜਲੀ ਸੋਧ ਬਿੱਲ ਲਿਆਂਦਾ ਗਿਆ, ਮੈਨੂੰ ਲੱਗਦਾ ਬੀਜੇਪੀ ਨੂੰ ਇਸ ਪਰੰਪਰਾ ਤੋਂ ਵਾਪਸ ਮੁੜਨਾ ਚਾਹੀਦਾ। ਬੜਾ ਚੰਗਾ ਹੁੰਦਾ ਅਗਰ ਬੀਜੇਪੀ ਇਸ ਸੋਧ ਬਿੱਲ ਨੂੰ ਪਹਿਲਾਂ ਚਰਚਾ 'ਚ ਲੈ ਕੇ ਆਉਂਦੀ। ਖੇਤੀ ਕਾਨੂੰਨ ਵੀ ਇਸੇ ਤਰ੍ਹਾਂ ਅਚਾਨਕ ਲੈ ਕੇ ਆਏ ਗਏ ਸੀ। ਹਾਲਾਂਕਿ ਸੋਧ ਬਿੱਲ
ਸੋਧ ਬਿੱਲ ਬਾਰੇ ਚਰਚਾਵਾਂ ਪਹਿਲਾਂ ਵੀ ਹੋ ਰਹੀਆਂ ਸੀ ਕਿ ਸੋਧ ਬਿੱਲ ਹੈ ਜਿਹੜਾ ਬੀਜੇਪੀ ਉਹ ਲੈ ਕੇ ਆਏਗੀ, ਲੇਕਿਨ ਇਹਦਾ ਖਰੜਾ, ਇਹਦਾ ਮਜ਼ਮੂਨ ਕਿ ਇਹਦੇ ਵਿੱਚ ਕੀ ਹੈ, ਉਹਦੇ ਤੇ ਖੁੱਲੀ ਚਰਚਾ ਅਗਰ ਹੋ ਜਾਂਦੀ ਤੇ ਬੀਜੇਪੀ ਨੂੰ ਸੋਧ ਬਿੱਲ ਪਾਸ ਕਰਾਉਣ 'ਚ ਦਿੱਕਤ ਨਹੀਂ ਸੀ ਹੋਣੀ। ਤੇ ਹੁਣ ਇਹ ਪਾਸ ਨਹੀਂ ਹੋ ਸਕਿਆ, ਬਲਕਿ ਸਾਰਿਆਂ ਨੇ ਵਿਰੋਧ ਕੀਤਾ। ਡੀਐਮਕੇ ਨੇ ਵਿਰੋਧ ਕੀਤਾ, ਕਾਂਗਰਸ ਨੇ ਵਿਰੋਧ ਕੀਤਾ, ਤ੍ਰਿਣਮੂਲ ਕਾਂਗਰਸ ਨੇ ਵਿਰੋਧ ਕੀਤਾ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਕਿਉਂਕਿ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਜ਼ੀਰੋ ਹੈ, ਇਸ ਕਰਕੇ ਲੋਕ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਵਿਰੋਧ ਨਹੀਂ ਕਰ ਸਕੀ। ਪਰ ਭਗਵੰਤ ਮਾਨ ਉਹਨਾਂ ਨੇ ਖੂਬ ਇਸ ਬਿੱਲ ਦਾ ਵਿਰੋਧ ਕੀਤਾ। ਪੰਜਾਬ 'ਚ ਪੋਲੀਟੀਕਲ ਪਾਰਟੀਆਂ ਨੇ, ਸਾਰੇ ਲੀਡਰਾਂ ਨੇ ਇਹਦਾ ਵਿਰੋਧ ਕੀਤਾ। ਭਗਵੰਤ ਮਾਨ ਦਿੱਲੀ ਹੋਈ ਸੀ, ਉਹਨਾਂ ਨੇ ਵੀ ਟਵੀਟ ਵੀ ਕੀਤਾ ਕਿ ਇਹ ਅਜਿਹਾ ਨਹੀਂ ਹੋਣਾ ਚਾਹੀਦਾ। ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਸੰਘੀ ਢਾਂਚੇ ਤੇ ਸੱਚ ਦੱਸਦੀਆਂ ਸੀ, ਔਰ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਪੰਜਾਬ 'ਚ ਔਰ ਦੇਸ਼ ਦੇ ਵਿੱਚ। ਹੁਣ ਇਹਨੂੰ ਕੀਤਾ ਕੀ ਗਿਆ? ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੈ, ਸਥਾਈ ਸਮਿਤੀ ਕੋਲੇ ਇਹਨੂੰ ਭੇਜ ਦਿੱਤਾ ਗਿਆ। ਸਥਾਈ ਸਮਿਤੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿਚਾਰ ਲਊ, ਵਿਸਥਾਰ ਦੇ ਵਿੱਚ ਸਥਾਈ ਸਮਿਤੀ ਆਪਣੀ ਰਿਪੋਰਟ ਦਊ। ਹੁਣ ਸਥਾਈ ਸਮਿਤੀ ਦੀ ਰਿਪੋਰਟ ਤੋਂ ਬਾਅਦ ਇਹਦੇ ਉੱਤੇ ਅੱਗੇ ਵਧਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਸੀ ਕਿ ਜਿਹੜਾ ਦੇਸ਼ 'ਚ ਬਿਜਲੀ ਦੀ ਵੰਡ ਹੁੰਦੀ ਹੈ, ਬਿਜਲੀ ਪੈਦਾ ਹੁੰਦੀ ਹੈ ਤੇ ਫਿਰ ਬਿਜਲੀ ਦੀ ਵੰਡ ਹੁੰਦੀ ਹੈ, ਉਹ ਪ੍ਰਭਾਵਿਤ ਹੋਏਗੀ। ਇਸ ਸੋਧ ਬਿੱਲ ਨਾਲ ਸਰਕਾਰ ਹੋਰ ਰਿਫਾਰਮਸ ਲਿਆਉਣਾ ਚਾਹ ਰਹੀ ਹੈ, ਹੋਰ ਚੰਗੀਆਂ ਤਬਦੀਲੀਆਂ ਲਿਆਉਣਾ ਚਾਹ ਰਹੀ ਹੈ, ਸਰਕਾਰ ਦਾ ਕਹਿਣਾ ਹੈ। ਉਹਦੇ 'ਚ ਕਿਸਾਨਾਂ ਨੂੰ ਕਿਤੇ ਨਾ ਕਿਤੇ ਖਦਸ਼ਾ ਹੈ ਕਿ ਆਉਂਦੇ ਸਮੇਂ 'ਚ ਸਾਡੀ ਮੁਫਤ ਬਿਜਲੀ ਦੇ ਉੱਤੇ ਕੋਈ ਕੱਟ ਨਾ ਲੱਗੇ, ਬਿਜਲੀ ਦੀਆਂ ਸਬਸਿਡੀਆਂ ਰੋਕਣ ਲਈ ਨਾ ਕਹਿ ਦਿੱਤਾ ਜਾਵੇ, ਕਿਉਂਕਿ ਜਿਹੜੇ ਰੈਗੂਲੇਟਰੀ ਕਮਿਸ਼ਨ ਹੈ, ਰੈਗੂਲੇਟਰੀ ਅਥਾਰਟੀ ਹੈ, ਉਹਨੂੰ ਵੀ ਮਜ਼ਬੂਤ ਬਣਾਉਣ ਦਾ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਇਹਦੇ ਵਿੱਚ, ਬਿਜਲੀ ਸੋਧ ਬਿੱਲ ਦੇ ਵਿੱਚ। ਸੋ ਵੱਖ-ਵੱਖ ਜਿਹੜੇ ਖਦਸ਼ੇ ਸੀ, ਕਿਸਾਨਾਂ ਨੂੰ ਵੀ ਸੀ, ਪੋਲੀਟੀਕਲ ਵਿਰੋਧੀ ਪਾਰਟੀਆਂ ਨੂੰ ਵੀ ਸੀ। ਸੋ ਹੁਣ ਸਥਾਈ ਸਮਿਤੀ ਕੋਲੇ ਹਰਜੋਤ ਜੀ ਇਹ ਬਿੱਲ ਚਲਿਆ ਗਿਆ, ਔਰ ਸਥਾਈ ਸਮਿਤੀ ਦੀ ਰਿਪੋਰਟ ਤੋਂ ਬਾਅਦ ਹੀ ਇਹ ਬਿੱਲ ਹੈ ਜਿਹੜਾ ਇਹ ਹੁਣ ਬਾਹਰ ਆਏਗਾ। ਔਰ ਭਗਵੰਤ ਮਾਨ ਨੇ ਵੀ ਟਵੀਟ ਕੀਤਾ। ਭਗਵੰਤ ਮਾਨ ਕਹਿੰਦੇ ਚਾਰੇ ਪਾਸਿਓਂ ਸੋਧ ਬਿੱਲ ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ। ਭਗਵੰਤ ਮਾਨ ਕਹਿੰਦੇ ਉਮੀਦ ਹੈ ਕਿ ਉੱਥੇ ਵੱਖ-ਵੱਖ ਵਰਗਾਂ ਦੇ ਵਿਚਾਰ ਲੈ ਕੇ ਜਲਦਬਾਜ਼ੀ 'ਚ ਲਿਆਂਦੇ ਗਏ ਇਸ ਬਿੱਲ ਨੂੰ ਵਾਪਸ ਲੈ ਲਿਆ ਜਾਏਗਾ। ਇਹ ਤਾਂ ਵਕਤ ਦੱਸੇਗਾ ਕਿ ਸਥਾਈ ਸਮਿਤੀ ਹੈ ਜਿਹੜੀ ਇਸ ਬਿੱਲ ਨੂੰ ਵਾਪਸ ਲੈਣ ਦੀ ਸੁਝਾਅ ਸਿਫਾਰਿਸ਼ ਕਰਦੀ ਹੈ ਜਾਂ ਨਹੀਂ ਕਰਦੀ, ਔਰ ਸਰਕਾਰ ਇਹਦੇ ਤੇ ਕੀ ਫੈਸਲਾ ਕਰਦੀ ਹੈ। ਪਰ ਫਿਲਹਾਲ ਸਥਾਈ ਸਮਿਤੀ ਕੋਲੇ ਚਲਿਆ ਗਿਆ ਤੇ ਬਹੁਤ ਲੰਬਾ ਵਕਤ ਸਥਾਈ ਸਮਿਤੀ ਕੋਲੇ ਅਕਸਰ ਇਸ ਤਰੀਕੇ ਦੇ ਜਿਹੜੇ ਬਿੱਲ ਹੁੰਦੇ ਨੇ, ਸੋਧ ਬਿੱਲ, ਉਹਨਾਂ ਕੋਲੇ ਲੱਗ ਜਾਂਦਾ। ਦਲਾ ਜੀ, ਅਗਰ ਹੁਣ ਗੱਲ ਕਰੀਏ ਆਯੁਸ਼ਮਾਨ ਸਿਹਤ ਸਕੀਮ ਨੂੰ ਲੈ ਕੇ, ਤਾਂ ਪਹਿਲਾਂ ਹੀ ਅਸੀਂ ਜੋ ਇੱਕ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਆਇਆ ਸੀ ਕਿ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਇੰਨੇ ਵਧੀਆ ਚੱਲਣਗੇ ਕਿ ਆਯੁਸ਼ਮਾਨ ਸਿਹਤ ਸਕੀਮ ਦੀ ਲੋੜ ਹੀ ਨਹੀਂ ਪਏਗੀ। ਉੱਧਰ ਅਗਰ ਅਸੀਂ ਗੱਲ ਕਰੀਏ ਚੰਡੀਗੜ੍ਹ ਦੀ, ਤਾਂ ਪਹਿਲਾਂ ਪੀਜੀਆਈ ਦੇ ਵਿੱਚ ਆਯੁਸ਼ਮਾਨ ਸਕੀਮ ਸ਼ੁਰੂ ਕੀਤੀ ਗਈ ਤੇ ਹੁਣ ਚੰਡੀਗੜ੍ਹ ਦੇ ਹੀ 2 ਹੋਰ ਸਰਕਾਰੀ ਹਸਪਤਾਲਾਂ ਵਿੱਚ ਵੀ ਇਲਾਜ ਸ਼ੁਰੂ ਹੋ ਗਿਆ ਹੈ ਇਸ ਯੋਜਨਾ ਦੇ ਤਹਿਤ। ਪਰ ਆਪਾਂ ਅਗਰ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਕਈ ਪ੍ਰਾਈਵੇਟ ਹਸਪਤਾਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਲੇਮ ਕਈਆਂ ਵੱਲੋਂ ਜਾਰੀ ਜੋ ਕੀਤੇ ਗਏ ਨੇ ਉਹ ਫਰਜ਼ੀ ਵੀ ਹੋ ਸਕਦੇ ਨੇ। ਸੋ ਪੰਜਾਬ ਸਰਕਾਰ ਦਾ ਰੁਖ ਹੁਣ ਕੀ ਹੈ ਇਸ ਨੂੰ ਲੈ ਕੇ? ਕਿਉਂ ਇਸ ਦਾ ਵਿਰੋਧ ਹੋ ਰਿਹਾ ਆਯੁਸ਼ਮਾਨ ਸਕੀਮ ਦਾ? ਸੋ ਇਸ ਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਪੀਜੀਆਈ ਤੋਂ ਬਾਅਦ 2 ਹੋਰ ਸਰਕਾਰੀ ਹਸਪਤਾਲਾਂ ਵਿੱਚ ਵੀ ਆਯੁਸ਼ਮਾਨ ਸਕੀਮ ਸ਼ੁਰੂ ਹੋ ਗਈ ਹੈ। ਹਰਜੋਤ ਜੀ, ਇਹ ਚੰਗੀ ਗੱਲ ਹੈ ਕਿ ਚੰਡੀਗੜ੍ਹ ਦੇ ਵਿੱਚ ਤਾਂ ਇਲਾਜ ਸ਼ੁਰੂ ਹੋ ਗਿਆ ਆਯੁਸ਼ਮਾਨ ਯੋਜਨਾ ਦੇ ਤਹਿਤ। ਔਰ ਮੈਂ ਬਿਆਨ ਸੁਣ ਰਿਹਾ ਸੀ ਅਰਵਿੰਦ ਕੇਜਰੀਵਾਲ ਦਾ। ਕੱਲ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਹੈ ਕਿ ਦੇਸ਼ 'ਚ ਮੁਫਤ ਸਹੂਲਤਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ। ਆਯੁਸ਼ਮਾਨ ਸਕੀਮ ਕੇਂਦਰ ਸਰਕਾਰ ਦੀ ਹੈ, ਜਿਹਦੇ 'ਚ ਸੂਬਾ ਵੀ ਹਿੱਸਾ ਪਾਉਂਦਾ। ਇਹ ਮੁਫਤ ਸਹੂਲਤ ਹੈ, ਮੈਡੀਕਲ ਦੀ ਮੁਫਤ ਸਹੂਲਤ ਹੈ। ਔਰ ਭਗਵੰਤ ਮਾਨ ਜੀ ਕਹਿੰਦੇ ਵੀ ਸਾਲ ਤੱਕ ਆਯੁਸ਼ਮਾਨ ਸਕੀਮ ਦੀ ਲੋੜ ਹੀ ਨਹੀਂ ਪੈਣੀ, ਤੇ ਹੁਣ ਵੀ ਹਜੇ ਤੱਕ ਪੈਸਾ ਨਹੀਂ ਜਾਰੀ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਨੂੰ। ਮੋਦੀ ਸਾਹਿਬ ਦੇ ਦਖਲ ਤੋਂ ਬਾਅਦ ਚੰਡੀਗੜ੍ਹ 'ਚ ਇਲਾਜ ਸ਼ੁਰੂ ਹੋਇਆ। ਪੰਜਾਬ ਦੇ ਹਜ਼ਾਰਾਂ ਲੋਕ, ਲੱਖਾਂ ਲੋਕ ਹਰ ਸਾਲ ਇਸ ਸਕੀਮ ਦੇ ਤਹਿਤ ਆਪਣਾ ਇਲਾਜ ਕਰਾਉਂਦੇ ਨੇ। 5 ਲੱਖ ਤੱਕ ਦਾ ਇਲਾਜ। ਇਹ ਮੁਹੱਲਾ ਕਲੀਨਿਕਾਂ 'ਚ ਨਹੀਂ ਹੋ ਸਕਣਾ, ਉੱਥੇ ਸਰਜਰੀਆਂ ਨਹੀਂ ਹੋਣੀਆਂ, ਉਹ ਕਲੀਨਿਕ ਨੇ। ਉੱਥੇ ਸਿਰਫ ਟੈਸਟ ਹੋਣਗੇ ਬਲੱਡ ਦੇ ਵੱਧ ਤੋਂ ਵੱਧ, ਜਾਂ ਜਿਹੜੀਆਂ ਸਹੂਲਤਾਂ ਦੱਸਣਗੇ, ਬਿਮਾਰੀਆਂ ਦੇ ਮੈਡੀਸਨ ਦਿੱਤੀ ਜਾਊਗੀ। ਉੱਥੇ ਸਰਜਰੀਆਂ ਨਹੀਂ ਹੋਣੀਆਂ ਕਿਉਂਕਿ ਉੱਦਾਂ ਦੇ ਇੰਤਜ਼ਾਮ ਹੀ ਨਹੀਂ ਮੁਹੱਲਾ ਕਲੀਨਿਕਾਂ 'ਚ। ਕਿ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੁਹੱਲਾ ਕਲੀਨਿਕ ਇੰਨੇ ਵਧੀਆ ਬਣਾ ਦੇਣੇ, ਲੋੜ ਹੀ ਨਹੀਂ ਪੈਣੀ ਆਯੁਸ਼ਮਾਨ ਸਕੀਮ ਦੀ ਅਗਲੇ ਸਾਲ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ, ਮੈਨੂੰ ਇਹ ਲੱਗਦਾ ਹੈ ਕਿ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਅਸੀਂ ਸਿਰਫ ਮੁਹੱਲਾ ਕਲੀਨਿਕਾਂ ਦੇ ਦਮ ਤੇ ਅੱਗੇ ਵਧਣਾ, ਜਦਕਿ ਆਯੁਸ਼ਮਾਨ ਸਕੀਮ ਕੇਂਦਰ ਦੀ ਸਕੀਮ ਹੈ, ਅੱਛੀ ਸਕੀਮ ਹੈ। ਇੱਕ ਪਾਸੇ ਕੱਲ ਕੇਜਰੀਵਾਲ ਸਾਹਿਬ ਦਾ ਬਿਆਨ ਆਇਆ ਕਿ ਦੇਸ਼ ਦੇ ਵਿੱਚ
ਜਿਹੜੇ ਮਾਹੌਲ ਬਣਾਇਆ ਜਾ ਰਿਹਾ ਮੁਫਤ ਸਹੂਲਤਾਂ ਮੁਫਤ ਸਹੂਲਤਾਂ ਤੋਂ ਲੋਕਾਂ ਨੂੰ ਵਾਂਝੇ ਕਰਨ ਲਈ। ਅਰਵਿੰਦ ਕੇਜਰੀਵਾਲ ਕਹਿੰਦੇ ਜਨਤਾ ਨੂੰ ਮੁਫਤ ਸਹੂਲਤਾਂ ਦੇਣ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਔਰ 75 ਸਾਲਾਂ 'ਚ ਇਹ ਕਮੀ ਰਹਿ ਗਈ ਕਿ ਜਨਤਾ ਨੂੰ ਮੁਫਤ ਸਹੂਲਤਾਂ ਨਹੀਂ ਮਿਲੀਆਂ, ਅਸੀਂ ਇਹਨੂੰ ਪੂਰਾ ਕਰੀਏ। ਉਹ ਕਹਿੰਦੇ ਆਮ ਲੋਕਾਂ ਨੂੰ ਮੁਫਤ ਬਿਜਲੀ ਤੇ ਪਾਣੀ ਦੇਣਾ ਕੀ ਜੁਰਮ ਹੈ? ਉਹ ਕਹਿੰਦੇ ਅਜਿਹਾ ਸਿਰਜਿਆ ਜਾ ਰਿਹਾ, ਜਦਕਿ ਨਹੀਂ ਲੱਗਦਾ ਕਿ ਅਜਿਹਾ ਸਿਰਜਿਆ ਜਾ ਰਿਹਾ। ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਨੇ ਮੁਫਤ ਬਿਜਲੀ ਸ਼ੁਰੂ ਕੀਤੀ ਸੀ, ਕੇਜਰੀਵਾਲ ਸਾਹਿਬ ਨੇ ਤਾਂ ਹੁਣ 300 ਯੂਨਿਟ ਤੱਕ ਮੁਫਤ ਕਿਹਾ ਹੈ ਨਾ, ਵੀ ਜੇ 300 ਤੋਂ ਵਧੇ ਤਾਂ ਸਾਰਾ ਬਿੱਲ। ਪ੍ਰਕਾਸ਼ ਸਿੰਘ ਬਾਦਲ ਨੇ ਖੇਤੀਬਾੜੀ ਸੈਕਟਰ ਨੂੰ ਮੁਫਤ ਬਿਜਲੀ ਸ਼ੁਰੂ ਕੀਤੀ ਸੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਤੇ ਬੇਲੋੜੀ ਸਿਆਸਤ ਜ਼ਿਆਦਾ ਹੈ। ਚੰਡੀਗੜ੍ਹ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਹਰਜੋਤ ਜੀ, ਉਹਨਾਂ ਦੇ ਵਿੱਚ ਵੀ ਸ਼ੁਰੂ ਹੋ ਗਿਆ ਮੁਫਤ ਇਲਾਜ ਆਯੁਸ਼ਮਾਨ ਯੋਜਨਾ ਦਾ। ਪੰਜਾਬ ਦੇ ਸਾਰੇ ਲੋਕ ਉੱਥੇ ਵੀ ਜਾ ਸਕਦੇ ਨੇ। ਤੇ ਹੁਣ ਪੰਜਾਬ ਸਰਕਾਰ ਨੇ ਹਜੇ ਤੱਕ ਸਾਰੇ ਹਸਪਤਾਲਾਂ ਨੂੰ ਪੈਸਾ ਨਹੀਂ ਦਿੱਤਾ, ਪੂਰੀ ਰਾਸ਼ੀ ਨਹੀਂ ਦਿੱਤੀ, ਜਦਕਿ ਦਾਅਵਾ ਕਰਦੀ ਹੈ ਪੰਜਾਬ ਸਰਕਾਰ ਕਿ ਅਸੀਂ ਸਿਹਤ ਸਹੂਲਤਾਂ ਮੁਫਤ ਦੇਵਾਂਗੇ, ਪੰਜਾਬ 'ਚ ਮੁਫਤ ਇਲਾਜ ਹੋਇਆ ਕਰੂ, ਫਰਿਸ਼ਤੇ ਸਕੀਮ ਲਿਆਵਾਂਗੇ। ਸੋ ਜਿਹੜੇ ਪਹਿਲਾਂ ਹੀ ਫਰਿਸ਼ਤੇ ਦੇ ਤੌਰ ਤੇ ਲੋਕ ਕੰਮ ਕਰ ਰਹੇ ਆ, ਉਹਨਾਂ ਦੇ ਲਈ ਪੈਸਾ ਜਾਰੀ ਕਰੋ। ਭਗਵੰਤ ਮਾਨ ਸਾਹਿਬ ਇਸ ਸਕੀਮ ਨੂੰ ਵਾਪਸ ਲੈਣ ਬਾਰੇ ਨਾ ਸੋਚੋ। ਮੈਂ ਇਸ ਕਰਕੇ ਰੋਜ਼ ਗੱਲ ਕਰਦਾ ਤਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਇਹ ਸਕੀਮ ਵਾਪਸ ਨਾ ਹੋਵੇ। ਹੁਣ ਇਹਦੇ ਨਾਲ ਨਾਲ ਹਰਪਾਲ ਚੀਮਾ ਹੋਣੀ ਕਹਿੰਦੇ ਕਿ ਸਾਨੂੰ ਸ਼ੱਕ ਹੈ ਵੀ ਕਿਤੇ ਨਾ ਕਿਤੇ ਪ੍ਰਾਈਵੇਟ ਹਸਪਤਾਲਾਂ ਨੇ ਜਾਲਸਾਜ਼ੀ ਕਰਕੇ ਗਲਤ ਕਲੇਮ ਕੀਤੇ ਹੋ ਸਕਦੇ ਨੇ। ਉਹ ਤੁਸੀਂ ਚੈਕਿੰਗ ਕਰੋ। ਚੀਮਾ ਸਾਹਿਬ, ਨਾ ਕੈਪਟਨ ਅਮਰਿੰਦਰ ਦੀ ਜਾਂਚ ਤੋਂ ਕਿਸੇ ਨੇ ਰੋਕਿਆ ਸਰਕਾਰ ਨੂੰ, ਨਾ ਬਿਜਲੀ ਸਮਝੌਤੇ ਰੱਦ ਕਰਨ ਤੋਂ ਕਿਸੇ ਨੇ ਰੋਕਿਆ। ਤੁਸੀਂ ਉਹੀ ਕਹਿੰਦੇ ਸੀ ਬਿਜਲੀ ਸਮਝੌਤੇ ਮਾਫੀਆ ਰਾਜ ਹੈ, ਬਿਜਲੀ ਸਮਝੌਤੇ ਗਲਤ ਕੀਤੇ, ਸਾਡੀ ਸਰਕਾਰ ਆਊਗੀ ਤਾਂ ਬਿਜਲੀ ਸਮਝੌਤੇ ਰੱਦ ਕਰ ਦਿਆਂਗੇ। ਤੇ ਚੀਮਾ ਸਾਹਿਬ 4.5 ਮਹੀਨੇ ਹੋ ਗਏ, ਪੰਜਾਬ ਦੇ ਲੋਕਾਂ ਨੇ ਤਾਂ ਕਿਹਾ ਹੀ ਨਹੀਂ ਬਿਜਲੀ ਸਮਝੌਤੇ ਨਾ ਰੱਦ ਕਰੋ। ਤੁਸੀਂ ਉਹਦੇ ਤੋਂ ਪਿੱਛੇ ਹਟ ਰਹੇ ਹੋ। ਤੁਸੀਂ ਬਿਜਲੀ ਸਮਝੌਤਿਆਂ ਦੇ ਵਾਈਟ ਪੇਪਰ ਨਹੀਂ ਲਿਆਏ, ਤੁਸੀਂ ਪਰਚੇ ਦਰਜ ਨਹੀਂ ਕੀਤੇ ਬਿਜਲੀ ਕੰਪਨੀਆਂ ਤੇ ਜਿਵੇਂ ਤੁਸੀਂ ਦਾਅਵੇ ਕਰਦੇ ਸੀ। ਸੋ ਇਸ ਕਰਕੇ ਤੁਸੀਂ ਜ਼ਰੂਰ, ਜੇ ਕਿਸੇ ਨੇ ਫਰਜ਼ੀ ਬਿੱਲ ਬਣਾਏ ਨੇ ਕਲੇਮ ਦੇ, ਤੇ ਜ਼ਰੂਰ ਤੁਸੀਂ ਜਾਂਚ ਕਰੋ, ਪਰ ਪੈਸਾ ਦਿਓ ਤਾਂ ਕਿ ਲੋਕਾਂ ਦਾ ਇਲਾਜ ਨਾ ਰੁਕੇ। ਇਹ ਚੀਜ਼ਾਂ ਇਸ ਵਕਤ ਬਹੁਤ ਜ਼ਿਆਦਾ ਜ਼ਰੂਰੀ ਨੇ। ਜੀ ਡੱਲਾ ਜੀ, ਅਗਰ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ, ਤਾਂ ਉਹ ਲਗਾਤਾਰ ਹਰ ਮੁੱਦੇ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸ਼ਬਦੀ ਹਮਲੇ ਕਰ ਰਹੇ ਨੇ, ਸਿਆਸੀ ਹਮਲੇ ਕਰ ਰਹੇ ਨੇ। ਸੋ ਹੁਣ ਮੁਹੱਲਾ ਕਲੀਨਿਕ ਨੂੰ ਲੈ ਕੇ ਵੀ ਉਹਨਾਂ ਨੇ ਸਿਆਸੀ ਹਮਲਾ ਬੋਲਿਆ। ਨਾਲ ਦੀ ਨਾਲ ਦੱਸ ਦਈਏ ਕਿ ਪਤਾ ਚੱਲਿਆ ਕਿ ਜਿਹੜਾ 2017 ਵਿੱਚ ਨੈਸ਼ਨਲ ਹਾਈਵੇ ਜਾਮ ਕਰਨ ਦੇ ਉੱਪਰ ਜੋ ਮਾਮਲਾ ਦਰਜ ਸੀ, ਉਸ ਦੀ ਪੇਸ਼ੀ ਦੇ ਲਈ ਉਹ ਗਏ ਹੋਏ ਸੀ। ਪੂਰਾ ਮਾਮਲਾ ਕੀ ਹੈ ਤੇ ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਮੁਹੱਲਾ ਕਲੀਨਿਕ ਦੇ ਉੱਪਰ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੀਤਾ? ਦੇਖੋ, ਸੁਖਬੀਰ ਬਾਦਲ ਉਹਨਾਂ ਦੀ ਜਿੱਥੋਂ ਤੱਕ ਗੱਲ ਹੈ ਤਾਂ ਨੈਸ਼ਨਲ ਹਾਈਵੇ ਨੰਬਰ 54 2017 ਚ ਸੁਖਬੀਰ ਬਾਦਲ ਉਹਨਾਂ ਨੇ ਵੀ ਜਾਮ ਕੀਤਾ ਸੀ, ਹੋਰ ਲੀਡਰ ਵੀ ਸੀ। ਇਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ। ਦੇਖੋ, ਕੈਪਟਨ ਦੀ ਸਰਕਾਰ ਵੀ 5 ਸਾਲ ਪੂਰੇ ਕਰਕੇ ਚਲੀ ਗਈ। ਕੈਪਟਨ ਨੇ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੋਵੇ। ਖੈਰ, ਇਹਨਾਂ ਨੇ ਜ਼ਮਾਨਤਾਂ ਲੈ ਲਈਆਂ ਹੋਣੀਆਂ। ਸੋ ਹੁਣ ਉਸ ਮਾਮਲੇ ਦੇ ਵਿੱਚ ਇਹ ਪੇਸ਼ੀ ਭੁਗਤਣ ਦੇ ਲਈ ਅਦਾਲਤ ਦੇ ਵਿੱਚ ਗਏ ਸੀ, ਜਿੱਥੇ ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਭਗਵੰਤ ਮਾਨ ਨੂੰ ਆਯੁਸ਼ਮਾਨ ਸਕੀਮ ਨੂੰ ਲੈ ਕੇ, ਤੇ ਸੁਖਬੀਰ ਬਾਦਲ ਕਹਿੰਦੇ ਕਿ ਭਗਵੰਤ ਮਾਨ ਦੀ ਸਰਕਾਰ ਡਰਾਮੇ ਕਰ ਰਹੀ ਹੈ, ਇਸ ਸਰਕਾਰ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ, ਲੋਕਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ। ਔਰ ਬਿਜਲੀ ਸੋਧ ਬਿੱਲ ਦੇ ਉੱਤੇ ਵੀ ਉਹਨਾਂ ਨੇ ਵਿਰੋਧ ਉੱਥੇ ਪ੍ਰਗਟ ਕੀਤਾ। ਉਹਨਾਂ ਨੇ ਪਰਸੋਂ ਵੀ ਬਿਜਲੀ ਸੋਧ ਬਿੱਲ ਦੇ ਵਿਰੋਧ ਦੇ ਵਿੱਚ ਬਿਆਨ ਦਿੱਤਾ ਸੀ। ਪਰ ਇੱਕ ਹੋਰ ਇਹਦੇ 'ਚ ਵੱਡੀ ਗੱਲ ਇਹ ਹੈ ਕਿ ਸੁਖਬੀਰ ਬਾਦਲ, ਇੱਕ ਦਿਨ ਪਹਿਲਾਂ ਮਨਪ੍ਰੀਤ ਇਆਲੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਅਮਲ ਕਰੇ। ਸੁਖਬੀਰ ਬਾਦਲ ਔਰ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੀ ਮੰਗ ਮੰਨਣ, ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੇ ਸਮਝੌਤੇ ਨਾ ਕੀਤੇ ਜਾਣ, ਕਿਉਂਕਿ ਵੋਟ ਨਹੀਂ ਸੀ ਪਾਈ ਬੀਬੀ ਮੂਰਮੂ ਜੀ ਨੂੰ ਮਨਪ੍ਰੀਤ ਇਆਲੀ ਨੇ। ਉਹ ਕਹਿੰਦੇ ਸੀ ਬੀਜੇਪੀ ਦੇ ਸਮਰਥਿਤ ਕੈਂਡੀਡੇਟ ਨੇ, ਉਹਨਾਂ ਦੇ ਕੈਂਡੀਡੇਟ ਨੇ, ਅਸੀਂ ਵੋਟ ਨਹੀਂ ਪਾਉਣੀ। ਸੋ ਨਾਰਾਜ਼ ਹੋ ਗਏ ਕਿਤੇ ਨਾ ਕਿਤੇ ਮਨਪ੍ਰੀਤ ਇਆਲੀ। ਉਹ ਕਹਿੰਦੇ ਲੋਕ ਮੁੱਦਿਆਂ ਤੇ ਲੜਾਈ ਲੜੋ। ਹੁਣ ਸੁਖਬੀਰ ਬਾਦਲ ਉਹਨਾਂ ਨੇ 5 ਮੈਂਬਰੀ ਕਮੇਟੀ ਇੱਕ ਬਣਾਤੀ। ਇਹਦੇ ਵਿੱਚ ਜਥੇਦਾਰ ਸਿਕੰਦਰ ਸਿੰਘ ਮਲੂਕਾ ਨੇ ਜਿਹੜੇ, ਉਹ ਅਗਵਾਈ ਕਰਨਗੇ। ਸ਼ਰਨਜੀਤ ਢਿੱਲੋਂ ਇਸ ਕਮੇਟੀ 'ਚ ਨੇ, ਵਿਰਸਾ ਸਿੰਘ ਵਲਟੋਹਾ ਇਸ ਕਮੇਟੀ 'ਚ ਨੇ, ਮਨਤਾਰ ਸਿੰਘ ਬਰਾੜ ਨੇ, ਤੇ ਡਾਕਟਰ ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ। ਔਰ ਸੁਖਬੀਰ ਬਾਦਲ ਨੇ, ਅਕਾਲੀ ਦਲ ਵੱਲੋਂ ਟਵੀਟ ਹੋਏ ਨੇ ਲਗਾਤਾਰ 2 ਕਿ ਕਿਸੇ ਨੂੰ ਵੀ ਖੁੱਲ ਕੇ ਆਪਣੀ ਗੱਲ ਰੱਖਣ ਦਾ ਹੱਕ ਹੈ, ਪਰ ਪਾਰਟੀ ਪਲੇਟਫਾਰਮ ਤੇ ਇੱਕ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੀਡੀਆ 'ਚ ਜਾ ਕੇ ਇਸ ਤਰੀਕੇ ਦੀ ਬਿਆਨਬਾਜ਼ੀ ਨਾ ਕਰੋ ਕਿ ਅਕਾਲੀ ਦਲ ਦੇ ਅਕਸ ਨੂੰ ਸੱਟ ਲੱਗੇ। ਉਹਨਾਂ ਨੇ ਕਿਹਾ ਕਿ ਜੋ ਰਵਾਇਤਾਂ ਰਹੀਆਂ ਨੇ ਵਿਦ ਇਨ ਦਾ ਪਾਰਟੀ ਦੇ ਅੰਦਰ ਤੁਸੀਂ ਕੋਈ ਵੀ ਗੱਲ ਹੈ ਜਿਹੜੀ ਰੱਖੋ, ਤੁਹਾਡਾ ਕੋਈ ਮਤਭੇਦ ਹੈ, ਤੁਸੀਂ ਕੁਝ ਚਾਹੁੰਦੇ ਹੋ, ਨਹੀਂ ਤਾਂ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਦੀ ਜਿਹੜੀ ਨਵੀਂ ਕਮੇਟੀ ਹੈ, ਹੁਣ ਇਹ
ਨਿਗਾਹ ਰੱਖੇਗੀ। ਕੋਈ ਵੀ ਲੀਡਰ ਜਿਹੜੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਸਵਾਲ ਚੱਕਣਗੇ, ਖੁੱਲ ਕੇ ਬਾਦਲ ਪਰਿਵਾਰ ਦੇ ਖਿਲਾਫ ਬਿਆਨ ਦੇਣਗੇ ਜਾਂ ਪ੍ਰਧਾਨ ਦੇ ਖਿਲਾਫ ਬਿਆਨ ਦੇਣਗੇ, ਤੇ ਮੈਨੂੰ ਲੱਗਦਾ ਹੁਣ ਅਨੁਸ਼ਾਸਨੀ ਕਾਰਵਾਈ ਉਹਨਾਂ ਤੇ ਹੋਏਗੀ। ਔਰ ਮਨਪ੍ਰੀਤ ਇਆਲੀ ਨੂੰ ਵੀ ਅਨੁਸ਼ਾਸਨੀ ਕਾਰਵਾਈ ਮੈਨੂੰ ਲੱਗਦਾ ਪੁੱਛ ਸਕਦੀ ਹੈ ਕਿ ਤੁਸੀਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਵੋਟ ਕਿਉਂ ਨਹੀਂ ਪਾਈ, ਪਾਉਣੀ ਚਾਹੀਦੀ ਸੀ ਵੋਟ ਤੁਹਾਨੂੰ। ਤੇ ਜਿਸ ਤਰ੍ਹਾਂ ਦੇ ਬਿਆਨ ਮਨਪ੍ਰੀਤ ਇਆਲੀ ਦੇ ਮੀਡੀਆ 'ਚ ਆ ਰਹੇ ਨੇ, ਉਸ ਦੇ ਮੱਦੇਨਜ਼ਰ ਵੀ ਮਨਪ੍ਰੀਤ ਇਆਲੀ ਤੇ ਕਾਰਵਾਈ ਵੀ ਕਰ ਸਕਦੀ ਹੈ। ਇਹ ਨਵੀਂ ਅਨੁਸ਼ਾਸਨੀ ਕਮੇਟੀ ਸਿਫਾਰਿਸ਼ ਕਰ ਸਕਦੀ ਹੈ। ਬਾਕੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ, ਵੇਖਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਜਿਹੜੇ ਮਤਭੇਦ ਨੇ ਉਹ ਕਿੱਥੇ ਜਾ ਕੇ ਖਤਮ ਹੁੰਦੇ ਨੇ। ਫਿਲਹਾਲ ਅਕਾਲੀ ਦਲ ਦੇ ਵਿੱਚ ਦਿੱਕਤਾਂ ਆਪਣਿਆਂ ਨੇ ਹੀ ਬਹੁਤ ਜ਼ਿਆਦਾ ਪੈਦਾ ਕਰ ਰੱਖੀਆਂ ਨੇ। ਸੋ ਅਕਾਲੀ ਦਲ ਬਹੁਤ ਹੀ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਿਹਾ ਇਸ ਵਾਰ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਹੈ ਦਿੱਲੀ ਦੌਰੇ ਤੇ ਗਏ ਸੀ, ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸੀ। ਸੋ ਉਸ ਦੌਰਾਨ ਉਹਨਾਂ ਨੇ ਕਈ ਬਿਆਨ ਵੀ ਦਿੱਤੇ। ਕੇਂਦਰ ਦੇ ਮੰਤਰੀ ਪਿਊਸ਼ ਗੋਇਲ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ। ਸੋ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਬਿਜਲੀ ਸੋਧ ਬਿੱਲ ਤੇ ਵੀ ਕੇਂਦਰ ਸਰਕਾਰ ਦੇ ਖਿਲਾਫ ਜੋ ਹੈ ਸਖਤ ਰਵੱਈਆ ਰੱਖਿਆ ਸੀ। ਸੋ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਭਗਵੰਤ ਮਾਨ ਦੇ ਇਹਨਾਂ ਬਿਆਨਾਂ ਬਾਰੇ? ਕਿਸ ਦਿਸ਼ਾ ਵੱਲ, ਕਿਹੜੇ ਸਿਆਸੀ ਟਿੱਪਣੀ ਤੁਸੀਂ ਇਸ ਉੱਪਰ ਕਰਨਾ ਚਾਹੋਗੇ ਕਿ ਭਗਵੰਤ ਮਾਨ ਦੇ ਜੋ ਬਿਆਨ ਆ ਰਹੇ ਨੇ ਇਹਨਾਂ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ? ਦੇਖੋ, ਭਗਵੰਤ ਮਾਨ ਹੁਣੀ ਬੜੇ ਸਰਗਰਮ ਰਹੇ ਨੇ ਕੱਲ ਵੀ, ਕਿਉਂਕਿ 2 ਦਿਨਾਂ ਦਾ ਉਹਨਾਂ ਦਾ ਦੌਰਾ ਸੀ। ਨੀਤੀ ਆਯੋਗ ਦੀ ਮੀਟਿੰਗ 'ਚ ਹਿੱਸਾ ਲਿਆ, ਕਈ ਮੰਗਾਂ ਪੰਜਾਬ ਦੀਆਂ ਚੱਕੀਆਂ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵੀ ਕੱਲ ਉਹ ਮਿਲੇ। ਉਹ ਕਹਿੰਦੇ ਸਾਡਾ 1760 ਕਰੋੜ ਰੁਪਇਆ ਪੰਜਾਬ ਦਾ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਰੁਕਿਆ ਪਿਆ। ਰੂਰਲ ਡਿਵੈਲਪਮੈਂਟ ਫੰਡ ਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਰੂਰਲ ਡਿਵੈਲਪਮੈਂਟ ਫੰਡ ਨੂੰ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਏਗਾ, ਕਿਉਂਕਿ ਕੈਪਟਨ ਅਮਰਿੰਦਰ ਨੇ ਰੂਰਲ ਡਿਵੈਲਪਮੈਂਟ ਫੰਡ ਨੂੰ ਕਿਤੇ ਹੋਰ ਵਰਤ ਲਿਆ ਸੀ, ਕਰਜ਼ਾ ਮਾਫੀ 'ਚ ਵੀ ਵਰਤ ਲਿਆ ਸੀ, ਜਿਹਦੇ ਕਰਕੇ ਕੇਂਦਰ ਨੇ ਫੰਡ ਰੋਕਿਆ ਪਿਆ। 1760 ਕਰੋੜ ਰੁਕਿਆ। ਭਗਵੰਤ ਮਾਨ ਖੁਨੀ ਕਹਿੰਦੇ ਅਸੀਂ ਪਿਊਸ਼ ਗੋਇਲ ਉਹਨਾਂ ਨੂੰ ਦੱਸ ਕੇ ਆਏ ਹਾਂ। ਉਹ ਕਹਿੰਦੇ ਪਿਊਸ਼ ਗੋਇਲ ਜੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਹੁਕਮ ਦਿੱਤੇ ਤੇ ਬਾਕੀ ਮੰਗਾਂ ਵੀ ਮਨਜ਼ੂਰ ਕਰ ਲਈਆਂ। ਹੁਣ ਭਗਵੰਤ ਮਾਨ ਜੀ ਟਵੀਟ ਕਰ ਰਹੇ ਨੇ ਕਿ ਪਿਊਸ਼ ਗੋਇਲ ਜੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਤੇ ਬਾਕੀ ਮੰਗਾਂ ਵੀ ਮੰਨ ਲੀਆਂ। ਸੋ ਇਹਦਾ ਮਤਲਬ ਹੈ ਭਗਵੰਤ ਮਾਨ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਪਿਊਸ਼ ਗੋਇਲ ਸਾਹਿਬ ਦਾ। ਔਰ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਭਗਵੰਤ ਮਾਨ ਸਾਹਿਬ ਨੀਤੀ ਆਯੋਗ ਦੀ ਮੀਟਿੰਗ ਵੇਲੇ ਹੀ ਉਹਨਾਂ ਨੂੰ ਕਿਉਂ ਮਿਲੇ, ਪਹਿਲਾਂ ਕਿਉਂ ਨਹੀਂ ਮਿਲੇ? ਅਗਰ ਉਹਨਾਂ ਦੇ ਮਿਲਣ ਨਾਲ ਹੀ ਫੰਡ ਜਾਰੀ ਹੋ ਸਕਦਾ ਸੀ ਤੇ ਭਗਵੰਤ ਮਾਨ ਸਾਹਿਬ ਜਿੰਨੀ ਵਾਰੀ ਕੇਜਰੀਵਾਲ ਸਾਹਿਬ ਨੂੰ ਮਿਲਦੇ ਹੋ ਦਿੱਲੀ, ਕੇਂਦਰੀ ਮੰਤਰੀਆਂ ਨੂੰ ਵੀ ਮਿਲ ਲਿਆ ਕਰੋ, ਕਿਉਂਕਿ ਉਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਫਾਇਦਾ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਅਕਸਰ ਜਦੋਂ ਦਿੱਲੀ ਜਾਂਦੇ ਸੀ ਗੁਲਦਸਤਾ ਲੈ ਕੇ ਤੇ ਕੁਝ ਨਾ ਕੁਝ ਲੈ ਕੇ ਆਉਂਦੇ ਸੀ ਕੇਂਦਰ ਸਰਕਾਰ ਤੋਂ। ਇਹ ਸਾਡਾ ਹੱਕ ਹੈ, ਆਪਣਾ ਹੱਕ ਹੀ ਲੈ ਕੇ ਆਉਂਦੇ ਸੀ। ਮੈਂ ਇਹ ਨਹੀਂ ਕਹੂੰਗਾ ਕਿ ਤੋਹਫਾ ਲੈ ਕੇ ਆਉਂਦੇ ਸੀ। ਸੋ ਤੋਹਫੇ ਤਾਂ ਸਾਡੇ ਲੀਡਰ ਪਾਕਿਸਤਾਨ ਤੋਂ ਲਿਆਉਂਦੇ ਰਹੇ ਨੇ ਪਿਛਲੇ ਸਮਿਆਂ 'ਚ, ਕੋਈ ਭੇਡੂ ਲਿਆਇਆ, ਕੋਈ ਕੁਛ ਲਿਆਇਆ। ਸੋ ਤੋਹਫੇ ਉਸ ਤਰ੍ਹਾਂ ਦੇ ਸਾਡੇ ਲੀਡਰ ਜਿਹੜੇ ਨੇ ਲੈ ਕੇ ਆਏ ਨੇ। ਕੈਪਟਨ ਅਮਰਿੰਦਰ ਵੀ, ਪੋਲੀਟੀਕਲ ਲੀਡਰਾਂ ਨੂੰ ਪਤਾ ਹੈ, ਕੈਪਟਨ ਅਮਰਿੰਦਰ ਵੀ ਕਈ ਤੋਹਫੇ ਲਿਆਏ ਨੇ ਪਾਕਿਸਤਾਨ ਤੋਂ। ਸੋ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਦੀ ਹੋ ਰਹੀ ਸੀ, ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ, ਭਗਵੰਤ ਮਾਨ ਉਹਨਾਂ ਨੇ, ਕਿ ਅਸੀਂ ਜਿਹੜਾ ਮੱਤੇਵਾੜਾ ਟੈਕਸਟਾਈਲ ਪਾਰਕ ਹੈ ਉਹ ਪੰਜਾਬ ਚੋਂ ਬਾਹਰ ਨਹੀਂ ਜਾਣ ਦੇਣਾ। ਅਸੀਂ ਯੋਗ ਥਾਂ ਲੱਭਦੇ ਹਾਂ ਤੇ ਅਸੀਂ ਕਈ ਥਾਵਾਂ ਨਿਰਧਾਰਿਤ ਕੀਤੀਆਂ ਨੇ। ਤੇ ਉਹ ਇਹ ਵੀ ਕਹਿੰਦੇ ਕਿ ਅਮਰੀਕਾ 'ਚ ਜਿਹੜੀ ਬੀਬੀ ਦੁਨੀਆ ਤੋਂ ਚਲੀ ਗਈ, ਸਾਡੀ ਸਿੱਖ ਲੜਕੀ, ਉਹਦੇ ਮਾਮਲੇ 'ਚ ਅਸੀਂ ਸੰਘਰਸ਼ ਕਰਾਂਗੇ, ਇਨਸਾਫ ਮੰਗਾਂਗੇ। ਸੋ ਕਈ ਗੱਲਾਂ ਨੇ ਜਿਹੜੀਆਂ ਭਗਵੰਤ ਮਾਨ ਉਹਨਾਂ ਨੇ ਕੀਤੀਆਂ ਨੇ। ਔਰ ਬਿਜਲੀ ਸੋਧ ਬਿੱਲ ਤੇ ਬੜੇ ਆਕਰਮਕ ਰਹੇ। ਮੈਂ ਪਹਿਲਾਂ ਹੀ ਉਹਦਾ ਜ਼ਿਕਰ ਹਰਜੋਤ ਜੀ ਕਰ ਚੁੱਕਿਆ। ਬਿਜਲੀ ਸੋਧ ਬਿੱਲ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਚ ਵਿਚਾਰ ਕੇ ਇਹ ਬਿੱਲ ਪਾਰਲੀਮੈਂਟ 'ਚ ਲੈ ਕੇ ਆਉਣਾ ਚਾਹੀਦਾ ਸੀ। ਜੀ ਡੱਲਾ ਜੀ, ਅਗਲੀ ਖਬਰ ਵੱਲ ਰੁਕ ਕਰੀਏ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਰਾਘਵ ਚੱਡਾ ਨੇ ਪੰਜਾਬੀਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਸੀ ਅਤੇ ਕਿਹਾ ਸੀ ਕਿ ਮੈਨੂੰ ਸੁਝਾਅ ਦਿੱਤੇ ਜਾਣ ਕਿਹੜੇ ਮੁੱਦੇ ਜੋ ਹੈ ਮੈਂ ਪਾਰਲੀਮੈਂਟ ਦੇ ਵਿੱਚ ਚੱਕਾਂ। ਸੋ ਉਹਨਾਂ ਦੇ ਇਸ ਸੁਝਾਅ ਮੰਗਣ ਦੇ ਤਰੀਕੇ ਨੂੰ ਲੈ ਕੇ ਜੋ ਹੈ ਵੱਖ-ਵੱਖ ਪਾਰਟੀਆਂ, ਵੱਖ-ਵੱਖ ਲੀਡਰ ਜੋ ਹੈ ਬਿਆਨ ਦੇ ਰਹੇ ਨੇ। ਸੁਝਾਅ ਮੰਗਣ ਦੇ ਤਰੀਕੇ ਦਾ ਵਿਰੋਧ ਵੀ ਕੀਤਾ ਜਾ ਰਿਹਾ। ਸੁਖਪਾਲ ਖਹਿਰਾ ਨੇ ਸਭ ਤੋਂ ਵੱਡਾ ਵਿਰੋਧ ਕੀਤਾ ਹੈ। ਆਖਿਰ ਵਿਰੋਧ ਕਿਸ ਗੱਲ ਤੇ ਡੱਲਾ ਜੀ, ਇਸ ਤੇ ਸਮਝਣਾ ਚਾਹਾਂਗੇ ਕਿਸ ਤਰੀਕੇ ਨਾਲ ਵੇਖਦੇ ਆ ਇਸ ਵਿਰੋਧ ਨੂੰ ਤੇ ਵਿਰੋਧ ਦਾ ਕੀ ਸਿਆਸੀ ਅੱਗੋਂ ਅਸੀਂ ਰੰਗ ਸਮਝ ਸਕਦੇ ਹਾਂ? ਬੜਾ ਅਹਿਮ ਤੁਸੀਂ ਸਵਾਲ ਕੀਤਾ ਹੈ ਹਰਜੋਤ ਜੀ। ਰਾਘਵ ਚੱਡਾ ਉਹਨਾਂ ਨੇ ਜਿਹੜਾ ਟਵੀਟ ਕੀਤਾ ਸੀ ਕੱਲ, ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਅਸੀਂ ਵੀ ਉਹਦੇ 'ਚ ਕਈ ਗੱਲਾਂ ਕੀਤੀਆਂ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਹੈ ਉਹ ਤੁਸੀਂ ਚੱਕੋ, ਤੁਸੀਂ ਚੰਡੀਗੜ੍ਹ ਦਾ ਮਸਲਾ ਚੱਕੋ, ਤੁਸੀਂ ਆਯੁਸ਼ਮਾਨ ਸਕੀਮ ਦਾ, ਤੁਸੀਂ ਬੇਅਦਬੀਆਂ ਦੇ ਇਨਸਾਫ ਦਾ, ਬਰਗਾੜੀ ਗੋਲੀ ਮਾਮਲੇ ਦਾ, ਬਹੁਤ ਮਸਲੇ ਨੇ ਜਿਹਨੂੰ ਤੁਸੀਂ ਚੱਕ ਸਕਦੇ ਹੋ। ਪਰ ਸੁਖਪਾਲ ਖਹਿਰਾ ਉਹਨਾਂ ਨੇ ਟਵੀਟ ਕੀਤਾ ਕੱਲ, ਉਹ ਕਹਿੰਦੇ
ਕਿ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਰਾਘਵ ਚੱਡਾ ਜੀ ਇਕੱਲੇ ਹੀ ਪੰਜਾਬ 'ਚ ਮਸਲੇ ਚੱਕਣਗੇ। ਉਹ ਕਹਿੰਦੇ ਬਾਕੀ ਮੈਂਬਰ ਪਾਰਲੀਮੈਂਟ 6 ਨੇ, ਉਹ ਕਿੱਥੇ ਨੇ, ਉਹਨਾਂ ਨੂੰ ਵੀ ਮਸਲੇ ਚੱਕਣ ਦਾ ਮੌਕਾ ਮਿਲਣਾ ਚਾਹੀਦਾ। ਇੱਕ ਤਰੀਕੇ ਨਾਲ ਸੁਖਪਾਲ ਖਹਿਰਾ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਰਾਘਵ ਚੱਡਾ ਇਹ ਦਿਖਾਉਣਾ ਚਾਹੁੰਦੇ ਨੇ ਕਿ ਮੈਨੂੰ ਪੰਜਾਬੀ ਬਹੁਤ ਮੁਹੱਬਤ ਕਰਦੇ ਨੇ ਤੇ ਮੈਂ ਪੰਜਾਬੀਆਂ ਦੀ ਲੜਾਈ ਲੜ ਰਿਹਾ। ਚਲੋ ਇੱਕ ਗੱਲ ਤਾਂ ਹੈ ਕਿ ਸਾਰੇ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਪਾਰਲੀਮੈਂਟ ਦੇ ਵਿੱਚ, ਪਰ ਕਿਤੇ ਨਾ ਕਿਤੇ ਰਾਘਵ ਚੱਡਾ ਇਸ ਗੱਲ ਤੋਂ ਜ਼ਰੂਰ ਕਰ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦੇ ਉਹ ਇੱਕ ਰਾਜ ਸਭਾ ਮੈਂਬਰ ਦੇ ਤੌਰ ਤੇ ਪੰਜਾਬ ਦੇ ਮੁੱਦੇ ਚੁੱਕਣ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਨੇ, ਜਦਕਿ ਉਹ ਪਾਰਟੀ ਦਾ ਹੈਲਪਲਾਈਨ ਨੰਬਰ ਜਾਰੀ ਕਰਦੇ ਤਾਂ ਕਿ ਇਹ ਲੱਗਦਾ ਕਿ ਜਿੰਨੇ ਮੈਂਬਰ ਰਾਜ ਸਭਾ ਨੇ ਉਹ ਸਾਰੇ ਨਾਲ ਨੇ, ਭਗਵੰਤ ਮਾਨ ਨਾਲ ਨੇ, ਔਰ ਪੰਜਾਬ ਦੀ ਸਰਕਾਰ ਵੱਲੋਂ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਹੈਲਪਲਾਈਨ ਨੰਬਰ ਜਾਰੀ ਕਰ ਦਿੰਦੇ, ਨਾ ਕਿ ਉਹ ਨਿੱਜੀ ਹੈਲਪਲਾਈਨ ਨੰਬਰ ਜਾਰੀ ਕਰਦੇ। ਸੋ ਨਿੱਜੀ ਤੌਰ ਤੇ ਉਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕਰਕੇ ਇੱਕ ਨਵੇਂ ਤਰ੍ਹਾਂ ਦੇ ਇਲਜ਼ਾਮਾਂ ਦਾ ਜਿਹੜਾ ਦੀ ਥਾਂ ਵੀ ਬਣਾਤੀ। ਸੋ ਪੋਲੀਟੀਕਲ ਪਾਰਟੀਆਂ ਦੇ ਲੋਕ ਇਲਜ਼ਾਮ ਲਾ ਰਹੇ ਨੇ ਸਿੱਧੇ ਤੌਰ ਤੇ ਰਾਘਵ ਚੱਡਾ ਦੇ ਉੱਤੇ ਕਿ ਇਸ ਤਰੀਕੇ ਨਾਲ ਤੁਸੀਂ ਪੰਜਾਬੀਆਂ ਦਾ ਦਿਲ ਨਹੀਂ ਜਿੱਤ ਸਕਦੇ। ਸੋ ਤੁਸੀਂ ਇੱਕ ਪ੍ਰੋਟੋਕਾਲ ਦੇ ਜ਼ਰੀਏ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਇਸ ਤਰੀਕੇ ਦੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਵੀ ਹੋਈ। ਜੀ ਡੱਲਾ ਜੀ, ਇਹਨਾਂ ਖਬਰਾਂ ਤੋਂ ਇਲਾਵਾ ਕਿਸੇ ਹੋਰ ਖਾਸ ਖਬਰ ਦੇ ਉੱਪਰ ਅਗਰ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋਵੋ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ। ਦੇਖੋ, ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਆਗੂ ਨੇ ਤੇਜਿੰਦਰਪਾਲ ਸਿੰਘ ਬੱਗਾ, ਉਹਨਾਂ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ, ਰਾਖਵਾਂ ਰੱਖ ਲਿਆ। ਕਿਸੇ ਵੀ ਸਮੇਂ ਹਾਈ ਕੋਰਟ ਇਹਦੇ ਤੇ ਫੈਸਲਾ ਦੇ ਸਕਦਾ ਹੈ। ਤੇਜਿੰਦਰ ਬੱਗਾ ਹਾਈ ਕੋਰਟ ਗਏ ਸੀ ਕਿ ਉਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਹੋਇਆ ਉਹਨੂੰ ਰੱਦ ਕੀਤਾ ਜਾਵੇ, ਔਰ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕੇਸ ਦੀ ਬਰਖਾਸਤਗੀ ਲਈ। ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 7 ਮਈ ਨੂੰ ਸੁਣਵਾਈ ਕੀਤੀ ਸੀ ਤੇ 10 ਮਈ ਤੱਕ ਗ੍ਰਿਫਤਾਰੀ ਵਾਰੰਟ ਤੋਂ ਰਾਹਤ ਦੇ ਦਿੱਤੀ ਸੀ। ਹਾਈ ਕੋਰਟ ਨੇ ਉਸ ਵਕਤ ਕਈ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਇਸ ਮਾਮਲੇ ਦੇ ਵਿੱਚ ਵੀ ਕੀਤੀਆਂ ਸੀ। ਸੋ ਹੁਣ ਫੈਸਲਾ ਇਹਦੇ ਤੇ ਰਾਖਵਾਂ ਹੋ ਗਿਆ ਤੇਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ ਤੇ। ਸਾਨੂੰ ਪਤਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਦਿੱਲੀ ਪੁਲਿਸ, ਪੰਜਾਬ ਦੀ ਪੁਲਿਸ ਦਿੱਲੀ ਚਲੀ ਗਈ ਸੀ, ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ, ਲੇਕਿਨ ਰਸਤੇ ਚੋਂ ਹਰਿਆਣਾ ਪੁਲਿਸ ਨੇ ਜਿਹੜੀ ਹੈ ਉਹ ਪੰਜਾਬ ਪੁਲਿਸ ਦੀ ਟੁਕੜੀ ਨੂੰ ਰੋਕਿਆ ਸੀ। ਫਿਰ ਬੜੀਆਂ ਕਾਨੂੰਨੀ ਉਲਝਣਾਂ ਉੱਥੇ ਬਣੀਆਂ, ਜਿਸ ਤੋਂ ਬਾਅਦ ਆਖਿਰਕਾਰ ਤੇਜਿੰਦਰ ਬੱਗਾ ਵਾਪਸ ਚਲੇ ਗਏ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਚਲਿਆ ਗਿਆ ਤੇ ਹੁਣ ਇਹਦੇ ਤੇ ਫੈਸਲਾ ਰਾਖਵਾਂ ਹੋ ਗਿਆ। ਹਰਜੋਤ ਜੀ, ਬਾਕੀ ਵੇਖਦੇ ਹਾਂ ਆਉਂਦੇ ਦਿਨਾਂ 'ਚ ਇਹਦੇ ਤੇ ਫੈਸਲਾ ਕੀ ਆਉਂਦਾ। ਪਰ ਜਿਹੜੀ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਸੀ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਲੀਡਰਾਂ ਨੂੰ ਨੋਟਿਸ ਭੇਜ ਕੇ ਕੇਸ ਦਰਜ ਕਰਨ ਦੇ ਮਾਮਲੇ ਤੇ, ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਇੱਕ ਸ਼ਿਕਾਇਤ ਦਿੱਤੀ ਗਈ ਸੀ, ਜਿਹੜੇ ਇੱਕ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੀ, ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਹਲਕੇ ਤੋਂ ਚੋਣ ਵੀ ਲੜੇ ਸੀ ਵਿਧਾਨ ਸਭਾ ਦੀ, ਰਾਜੂ ਸਾਹਿਬ ਜਿਹੜੇ ਸਾਬਕਾ IAS ਅਫਸਰ ਨੇ, ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਉਸੇ ਤਰ੍ਹਾਂ ਦੀ ਸ਼ਿਕਾਇਤ, ਜਿਸ ਤਰ੍ਹਾਂ ਦੀਆਂ ਬਿਆਨਾਂ ਤੋਂ ਬਾਅਦ ਤੇਜਿੰਦਰਪਾਲ ਬੱਗਾ ਜਾਂ ਕੁਮਾਰ ਵਿਸ਼ਵਾਸ ਉਹਨਾਂ ਤੇ ਜਿਵੇਂ ਕੇਸ ਦਰਜ ਕੀਤੇ ਗਏ ਸੀ, ਇਸੇ ਤਰ੍ਹਾਂ ਜਿਹੜੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਸ਼ਬਦਾਵਲੀ ਤੇ ਕੇਸ ਦਰਜ ਕਰਾਤਾ ਸੀ, ਸ਼ਿਕਾਇਤ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਮੋਦੀ ਸਾਹਿਬ ਦੇ ਖਿਲਾਫ ਮਾੜੇ ਸ਼ਬਦ ਬੋਲੇ ਨੇ। ਸੋ ਇਸ ਕਰਕੇ ਬੀਜੇਪੀ ਨੇ, ਮੈਨੂੰ ਇਹ ਲੱਗਦਾ ਕਿ ਅਗਰ ਪੰਜਾਬ ਦੀ ਆਮ ਆਦਮੀ ਪਾਰਟੀ ਅੱਗੇ ਵੱਧ ਕੇ ਗ੍ਰਿਫਤਾਰੀਆਂ ਵਾਲੇ ਪਾਸੇ ਤੁਰਦੀ ਤਾਂ ਫਿਰ ਬੀਜੇਪੀ ਵੱਲੋਂ ਵੀ ਉਸ ਸ਼ਿਕਾਇਤ ਤੋਂ ਬਾਅਦ ਕਿਤੇ ਵੀ ਕੇਸ ਦਰਜ ਕੀਤਾ ਜਾ ਸਕਦਾ ਸੀ ਅਰਵਿੰਦ ਕੇਜਰੀਵਾਲ ਤੇ ਫਿਰ ਗ੍ਰਿਫਤਾਰੀਆਂ ਦੀ ਜਿਹੜੀ ਸਿਆਸੀ ਖੇਡ ਹੈ ਉਹ ਵੀ ਸ਼ੁਰੂ ਹੋ ਸਕਦੀ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਨੂੰ ਇਸ ਤਰੀਕੇ ਦੀਆਂ ਹਦਾਇਤਾਂ ਨਹੀਂ ਹੈ, ਇਸ ਕਰਕੇ ਹੁਣ ਛਾਪੇਮਾਰੀ ਦੂਜੇ ਸਟੇਟਾਂ 'ਚ ਪੰਜਾਬ ਪੁਲਿਸ ਦੀ ਘਟੀ ਹੈ। ਉਸ ਤੋਂ ਬਾਅਦ ਜ਼ਿਆਦਾ ਇਸ ਤਰੀਕੇ ਦੀ ਛਾਪੇਮਾਰੀ ਨਜ਼ਰ ਨਹੀਂ ਆਈ। ਔਰ ਪੰਜਾਬ ਪੁਲਿਸ ਦੀ ਦਿੱਲੀ 'ਚ ਵਰਤੋਂ ਦਾ ਵਿਰੋਧ ਵੀ ਲੋਕਾਂ ਨੇ ਬਹੁਤ ਕੀਤਾ, ਲੋਕਾਂ ਨੇ ਨਾਪਸੰਦ ਕੀਤਾ। ਪਰ ਸੰਗਰੂਰ 'ਚ ਜਿਹੜੀ ਹਾਰ ਹੋਈ ਹੈ ਉਹਦੇ 'ਚ ਇਸ ਤਰ੍ਹਾਂ ਦੇ तमाम ਕਾਰਨ ਨੇ ਜਿਹੜੇ ਉਹ ਸਮਝੇ ਜਾ ਰਹੇ ਨੇ। ਸੋ ਇਹ ਫੈਸਲਾ ਜਦੋਂ ਵੀ ਤੇਜਿੰਦਰਪਾਲ ਸਿੰਘ ਬੱਗਾ ਦਾ ਆਉਂਦਾ ਤੇ ਦੇਖਦੇ ਹਾਂ ਅਦਾਲਤ ਕੀ ਫੈਸਲਾ ਦਿੰਦੀ ਹੈ। ਕੁਮਾਰ ਵਿਸ਼ਵਾਸ ਹੋਣੀ ਵੀ ਇਸੇ ਤਰ੍ਹਾਂ ਅਦਾਲਤ ਦੇ ਵਿੱਚ ਨੇ, ਔਰ ਬੀਬੀ ਅਲਕਾ ਲਾਂਬਾ ਜਿਹੜੇ ਕਾਂਗਰਸ ਦੇ ਬੁਲਾਰੇ ਸੀ ਉਹ ਵੀ ਇਸੇ ਤਰ੍ਹਾਂ ਹਾਈ ਕੋਰਟ 'ਚ ਰਿਲੀਫ ਦੇ ਲਈ ਗਏ ਹੋਏ ਨੇ। ਹਰਜੋਤ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ ਕਿ ਤੁਸੀਂ ਸਾਰੀਆਂ ਖਾਸ ਖਬਰਾਂ ਦੇ ਉੱਪਰ ਖਬਰਾਂ ਦੀ ਪੜਤਾਲ ਕਰਕੇ ਜੋ ਹੈ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ ਕਮੈਂਟਸ ਦੇ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਨੇ, ਸਾਡੇ ਨਾਲ ਸਾਂਝੇ ਕਰਦੇ ਨੇ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਧੰਨਵਾਦ।